ਹੈਲੋ एवरीवन। सो ਅੱਜ ਅਸੀਂ ਲੈਸਨ 3 ਦਾ ਦਿੱਲੀ ਸਲਤਨਤ ਪੜ੍ਹਨ ਜਾ ਰਹੇ ਹਾਂ। ਸੋ ਦਿੱਲੀ ਸਲਤਨਤ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਕੀ ਦੱਸਿਆ ਗਿਆ ਕਿ ਤੁਰਕ ਅਫਗਾਨਿਸਤਾਨ ਰੂਲ ਕਿਸ ਤਰ੍ਹਾਂ ਸ਼ੁਰੂ ਹੋਇਆ। ਸਲੇਵ ਡਾਇਨੈਸਟੀ ਦੇ ਬਾਰੇ ਦੱਸਿਆ ਗਿਆ। ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਸਿਸਟਮ ਦੇ ਬਾਰੇ ਦੱਸਿਆ ਗਿਆ। ਦੈਨ ਕਾਜ਼ ਫॉर द ਡਾਊਨਫਾਲ ਆਫ ਦ ਦਿੱਲੀ ਸਲਤਨਤ ਦੇ ਬਾਰੇ ਦੱਸਿਆ ਗਿਆ। ਸੋ ਜੋ ਸਭ ਤੋਂ ਪਹਿਲਾਂ ਫਸਟ ਪੈਰਾਗ੍ਰਾਫ ਹੈ ਉਹਦੇ ਵਿੱਚ ਸਾਨੂੰ ਦਿੱਲੀ ਸਲਤਨਤ ਦੇ ਵਿੱਚ ਦੱਸਿਆ ਗਿਆ ਕਿ ਗੌਰੀ ਅੰਪਾਇਰ ਦੇ ਵਿੱਚ ਮੁਹੰਮਦ ਗੌਰੀ ਜਿਹੜਾ ਵਾ ਪ੍ਰਿਥਵੀ ਰਾਜ ਚੌਹਾਨ ਨੂੰ ਸੈਕਿੰਡ ਬੈਟਲ ਆਫ ਤਰੀਨ ਦੇ ਵਿੱਚ ਹਰਾ ਦਿੰਦਾ ਅਤੇ ਉਸ ਤੋਂ ਬਾਅਦ ਉਸਨੇ ਆਪਣੀ ਜੋ ਬਾਉਂਡਰੀ ਸੀ ਵੈਸਟਰਨ ਬਾਉਂਡਰੀਜ਼ ਦੇ ਵਿੱਚ ਉਹਨਾਂ ਨੂੰ ਲੀਵ ਕਰ ਦਿੰਦਾ। ਸੋ ਉਸ ਤੋਂ ਬਾਅਦ ਮੁਹੰਮਦ ਗੌਰੀ ਹੈ ਕੁਤਬਦੀਨ ਐਬਕ ਨੂੰ ਆਪਣਾ ਰੀਜਨਲ ਜਨਰਲ ਨਾਰਥ ਇੰਡੀਆ ਦੇ ਵਿੱਚ ਬਣਾ ਦਿੰਦਾ। ਆਫਟਰ ਮੁਹੰਮਦ ਡਾਈਡ, ਜਦੋਂ ਮੁਹੰਮਦ ਦੀ ਡੈਥ ਹੋ ਜਾਂਦੀ ਹੈ, ਐਬਕ ਆਪਣੇ ਆਪ ਨੂੰ ਸਲਤਨਤ ਡਿਕਲੇਅਰ ਕਰ ਦਿੰਦਾ ਵਾ। ਅਤੇ ਉਸ ਤੋਂ ਬਾਅਦ ਐਬਕ ਵਾਸ ਫੋਲੋਡ ਬਾਏ ਦਾ ਜੋ ਵੀ ਡਾਇਨੈਸਟੀ ਅੱਗੇ ਆਉਂਦੀਆਂ ਨੇ ਤੁਰਕ ਅਫਗਾਨ ਦੇ ਵਿੱਚ ਟਿਲ 1026 ਦੇ ਤੱਕ ਤਾਂ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਇਸ ਟਾਈਮ ਪੀਰੀਅਡ ਨੂੰ ਅਸੀਂ ਕੀ ਕਹਿੰਦੇ ਹਾਂ, ਸਲਤਨਤ ਪੀਰੀਅਡ। ਹੁਣ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਸਲੇਵ ਡਾਇਨੈਸਟੀ, ਜਿਸ ਦੀ ਸ਼ੁਰੂਆਤ ਅਸੀਂ ਇੱਥੇ ਇਸ ਫਸਟ ਪੈਰਾਗ੍ਰਾਫ ਦੇ ਵਿੱਚ ਪੜ੍ਹੀ ਹੈ ਐਬਕ ਦੇ ਬਾਰੇ। ਸੋ ਕੁਤਬਦੀਨ ਐਬਕ ਵਾਜ਼ ਅ ਤੁਰਕਿਸ਼ ਸਲੇਵ। ਸੋ ਤੁਰਕ ਦਾ ਸਲੇਵ ਸੀ ਕੁਤਬਦੀਨ ਐਬਕ, ਜਿਸ ਨੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ ਇਸ ਦੇ ਵਿੱਚ। ਸੋ ਐਬਕ ਜੋ ਸਲੇਵ ਡਾਇਨੈਸਟੀ ਦਾ ਫਾਊਂਡਰ ਮੰਨਿਆ ਜਾਂਦਾ। ਸੋ ਉਸਦੇ ਜੋ ਵੀ ਸਕਸੈਸਰਸ ਹੋਏ ਨੇ ਉਹਨਾਂ ਨੂੰ ਮਮਲਾਕਸ ਕਿਹਾ ਜਾਂਦਾ ਹੈ, ਜਿਹਦਾ ਮਤਲਬ ਹੁੰਦਾ ਹੈ ਸਲੇਵ ਔਰ ਸਨ ਆਫ ਸਲੇਵ। ਸੋ ਹੀ ਸਪਰੈਸ ਸੈਵਰਲ ਇੰਟਰਨਲ ਰਿਵੋਲਟਸ, ਉਸਨੇ ਕਾਫੀ ਇੰਟਰਨਲ ਰਿਵੋਲਟਸ ਨੂੰ ਖਤਮ ਕੀਤਾ। ਐਕਸਟਰਨਲ ਇਨਵੇਜਰਸ ਦੇ ਨਾਲ ਵੀ ਉਹਨਾਂ ਨੂੰ ਵੀ ਚੈੱਕ ਕਰਦਾ ਰਿਹਾ ਅਤੇ ਮੰਗੋਲਸ ਨੂੰ ਵੀ ਨਾਰਥ ਵੈਸਟ ਤੋਂ ਉਹਨਾਂ ਨੇ ਖਤਮ ਕੀਤਾ। ਉਸ ਤੋਂ ਬਾਅਦ ਉਸਨੇ ਕੁਤਬ ਮੀਨਾਰ ਬਣਾਇਆ ਦਿੱਲੀ ਦੇ ਵਿੱਚ ਐਂਡ ਬਿਲਡ ਸੈਵਰਲ ਮੋਸਕਿਊਜ਼ ਇਨ ਦਾ ਦਿੱਲੀ। ਸੋ ਦਿੱਲੀ ਦੇ ਵਿੱਚ ਕਾਫੀ ਮਸਜਿਦਾਂ ਵੀ ਬਣਾਈਆਂ, ਆਗਰਾ ਦੇ ਵਿੱਚ ਵੀ ਕਾਫੀ ਮਸਜਿਦਾਂ ਇਹਨਾਂ ਦੁਆਰਾ ਬਣਾਈਆਂ ਗਈਆਂ। ਸੋ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਵਾਰੀ ਇਹ ਚੌਗਨ ਇੱਕ ਹਾਰਸ ਪੋਲੋ ਗੇਮ ਹੈ, ਜਿਹਦੇ ਵਿੱਚ ਉਹ ਹਾਰਸ ਦੀ ਬੈਕ ਤੋਂ ਡਿੱਗ ਜਾਂਦੇ ਨੇ ਅਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਨੈਕਸਟ ਹੈ ਇਲਤੁਤਮਿਸ਼। ਸੋ ਇਲਤੁਤਮਿਸ਼ ਦੇ ਬਾਰੇ ਅਸੀਂ ਕੀ ਪੜ੍ਹਦੇ ਹਾਂ ਕਿ ਇਲਤੁਤਮਿਸ਼ ਜਿਹੜਾ ਕਾਫੀ ਫੇਵਰੇਬਲ ਸਲੇਵ ਮੰਨਿਆ ਜਾਂਦਾ ਵਾ। ਇਲਤੁਤਮਿਸ਼ ਦਾ ਸਨ ਆਫ ਲਾਅ ਮੰਨਿਆ ਜਾਂਦਾ ਵਾ। ਸੋ ਬਗਦਾਦ ਦੇ ਜੋ ਵੀ ਕੈਲਿਫ ਹੁੰਦੇ ਨੇ, ਜੋ ਵੀ ਨੋਬੈਲਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਟਾਈਟਲ ਦਿੰਦੀਆਂ ਨੇ ਸੁਲਤਾਨਾ। ਇਟਸ ਵੈਰੀ ਇੰਪੋਰਟੈਂਟ ਲਾਈਨ। ਸੋ ਉਸਨੂੰ ਕਾਫੀ ਟਰੂ ਆਰਕੀਟੈਕਟ ਕਿਹਾ ਜਾਂਦਾ ਦਿੱਲੀ ਸਲਤਨਤ ਦਾ, ਕਿਉਂਕਿ ਉਸਨੇ ਕਾਫੀ ਚੀਜ਼ਾਂ ਉਹਨਾਂ ਨੇ ਵੀ ਬਣਵਾਈਆਂ ਨੇ। ਸੋ ਆਪਣੇ ਅੰਪਾਇਰ ਨੂੰ ਸਟਰੋਂਗ ਬਣਾਉਣ ਲਈ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਗਰੁੱਪ ਬਣਾਇਆ ਨੋਬੈਲਿਟੀ ਦਾ, ਜਿਹਦਾ ਨਾਮ ਦਿੱਤਾ ਉਹਨਾਂ ਨੇ ਚਾਲੀਸਾ। ਸੋ ਉਹਨਾਂ ਨੇ ਆਰਮੀ ਨੂੰ ਪ੍ਰੋਪਰ ਡਿਵੀਜ਼ਨ ਦਿੱਤੀ, ਮਤਲਬ ਕਿ ਵਾਟਰ ਦੇ ਵਿੱਚ ਕਿਹੜੀ ਆਰਮੀ ਜਾਏਗੀ, ਇਹ ਹਾਥੀਆਂ ਦੀ ਕਿਹੜੀ ਆਰਮੀ, ਮਤਲਬ ਅਲੱਗ-ਅਲੱਗ ਏਰੀਏ ਦੇ ਵਿੱਚ ਕਿੰਨੀ ਆਰਮੀ ਹੋਣੀ ਚਾਹੀਦੀ ਆ, ਉਹਦੀ ਡਿਵੀਜ਼ਨ ਕੀਤੀ। ਸੋ ਉਹਨਾਂ ਨੇ ਸਮੌਲ ਐਂਡ ਲਾਰਜ ਟਰੈਕਸ ਦੇ ਵਿੱਚ ਡਿਵਾਈਡ ਕੀਤਾ ਆਪਣੀ ਸਲਤਨਤ ਨੂੰ। ਤਾਂ ਉਹਨਾਂ ਦੇ ਜਿਹੜੇ ਨੋਬਲਸ ਸੀਗੇ, ਉਹਨਾਂ ਜੋ ਵੀ ਵਿਅਕਤੀ ਪਰਸਨਸ ਉੱਥੇ ਅਪੁਆਇੰਟ ਕੀਤੇ ਗਏ ਸੀ, ਉਹਨਾਂ ਨੂੰ ਜਾਂ ਤਾਂ ਉਹ ਕੋਈ ਨੋਬਲਸ ਮਤਲਬ ਵਧੀਆ ਉਪਾਧੀ ਦੇ ਦਿੰਦੇ ਸੀ, ਜਾਂ ਫਿਰ ਉਹਨਾਂ ਨੂੰ ਆਫਿਸਰਸ ਬਣਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਕੋਈ ਕੈਸ਼ ਦੇ ਵਿੱਚ ਸੈਲਰੀ ਨਹੀਂ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਉਹਨਾਂ ਨੇ ਮੰਗੋਲ ਅਟੈਕਸ ਤੋਂ ਆਪਣੇ ਨਾਰਥ ਵੈਸਟ ਏਰੀਆ ਨੂੰ ਸਟਰੋਂਗ ਕਰਕੇ ਰੱਖਿਆ। ਉਹਨਾਂ ਨੇ ਇੰਟਰਨਲਸ ਰਿਵੋਲਟਸ, ਇੰਟਰਨਲ ਦੇ ਵਿੱਚ ਜੋ ਵੀ ਲੋਕਾਂ ਨੇ ਵਿਦਰੋਹ ਕੀਤਾ, ਉਹਨਾਂ ਨੂੰ ਜਿਵੇਂ ਪੰਜਾਬ, ਸਿੰਧ, ਬੰਗਾਲ ਅਤੇ ਬਿਹਾਰ ਦੇ ਲੋਕਾਂ ਨੇ ਆਪਣੇ ਹੀ ਏਰੀਏ ਦੇ ਵਿੱਚ ਵਿਦਰੋਹ ਕੀਤਾ, ਉਸ ਚੀਜ਼ ਨੂੰ ਖਤਮ ਕੀਤਾ। ਐਂਡ ਸਿਲਵਰਸ ਦੇ ਐਂਡ ਕਾਪਰ ਦੇ ਕੁਆਇਨਸ ਲਾਏ। ਸਿਲਵਰ ਕੁਆਇਨਸ ਨੂੰ ਟਾਂਕਾਸ ਦਾ ਨਾਮ ਦਿੱਤਾ ਐਂਡ ਕਾਪਰ ਦੇ ਕੁਆਇਨਸ ਨੂੰ ਜਿਤਾਸ ਦਾ ਨਾਮ ਦਿੱਤਾ। ਦੈਨ ਹੈ ਰਜ਼ੀਆ, ਜੋ ਕਿ ਇਲਤੁਤਮਿਸ਼ ਦੀ ਡਾਟਰ ਸੀ, ਉਹਦਾ ਨਾਮ ਰਜ਼ੀਆ ਸੀ। ਐਂਡ ਉਹਨਾਂ ਨੇ ਇਹ ਸੋਚਿਆ ਸੀ ਕਿ ਰਜ਼ੀਆ ਕਾਫੀ ਬਰੇਵ ਹੈ, ਇੰਟੈਲੀਜੈਂਟ ਹੈ, ਜਸਟ ਰੂਲਰ ਹੈ, ਬਟ ਜੋ ਵੀ ਉੱਥੋਂ ਦੇ ਨੋਬਲ ਸੀ ਉਹਨਾਂ ਨੇ ਰਜ਼ੀਆ ਨੂੰ ਐਜ਼ ਅ ਸੁਲਤਾਨ ਅਸੈਪਟ ਨਹੀਂ ਕੀਤਾ। ਇਸ ਕਰਕੇ ਜੋ ਵੀ ਨੋਬੈਲਿਟੀ ਸੀ ਉਹ ਇਹ ਇਨਸਲਟ ਫੀਲ ਕਰਦੇ ਸੀ, ਹਿਊਮੀਲੇਟਿੰਗ ਮਤਲਬ ਇਨਸਲਟ ਫੀਲ ਕਰਦੇ ਸੀ ਕਿ ਇੱਕ ਲੇਡੀ ਦੀ ਕਮਾਂਡ ਦੇ ਹੇਠ ਕੰਮ ਕਰਨ। ਸੋ ਉਹਨਾਂ ਨੇ ਕੀ ਕੀਤਾ, ਉਹਨੂੰ ਡੀਥਰੋਨ ਕਰਨ ਦੇ ਲਈ ਉਸਨੂੰ ਕਿਲ ਕਰ ਦਿੱਤਾ। ਨੈਕਸਟ ਹੈ ਗਿਆਉਜ਼ਦੀਨ ਬਲਬਨ। ਗਿਆਉਜ਼ਦੀਨ ਬਲਬਨ ਜੋ ਹੈ ਤੁਰਕਿਸ਼ ਸਲੇਬ ਨੂੰ, ਬਲਬਨ ਦਾ ਜੋ ਤੁਰਕਿਸ਼ ਸਲੇਬ ਆ ਬਲਬਨ, ਉਹ ਲੀਡਿੰਗ ਮੈਂਬਰ ਬਣਿਆ ਨੋਬੈਲਿਟੀ ਦਾ, ਅਤੇ ਉਸਨੇ ਸਲਤਨਤ ਨੂੰ ਅੱਗੇ ਦੇਖਭਾਲ ਕੀਤੀ। ਉਸਨੇ ਸਟਰੋਂਗ ਕਰਨ ਦੇ ਲਈ ਕੀ ਕੁਝ ਕੀਤਾ, ਲੋਕਲ ਰੂਲਰਸ ਨੂੰ ਡਿਫੀਟ ਕੀਤਾ, ਮੰਗੋਲ ਇਨਵੇਜ਼ਨ ਤੋਂ ਇੰਟਰਨਲ ਰਿਵੋਲਟ ਨੂੰ ਖਤਮ ਕੀਤਾ। ਸਪਾਈ ਸਿਸਟਮ ਮਤਲਬ ਕੀ ਹੈ ਕਿ ਜਾਸੂਸੀ ਸਿਸਟਮ ਜਿਹੜਾ, ਉਸਨੂੰ ਕਾਫੀ ਵਧੀਆ ਉਸਨੇ ਤਰੀਕੇ ਦੇ ਨਾਲ ਚਲਾਇਆ। ਗੰਗਾ ਜਮਨਾ ਦੁਆਬ, ਗੰਗਾ ਦੁਆਬ ਦਾ ਮਤਲਬ ਕੀ ਹੁੰਦਾ, ਲੈਂਡ ਬਿਟਵੀਨ ਟੂ ਰਿਵਰਸ।
ਉਸਨੇ ਗੰਗਾ ਜਮਨਾ ਦੁਆਬ ਦੇ ਵਿੱਚ ਜੋ ਵੀ ਲਾਅ ਐਂਡ ਆਰਡਰ ਸੀ ਉਸਨੂੰ ਰੀਸਟੋਰ ਕੀਤਾ। ਕਿਹੜੀ ਪਾਲਿਸੀ ਦੇ ਦੁਆਰਾ? ਬਲੱਡ ਐਂਡ ਆਇਰਨ ਦੀ। ਇਟਸ ਵੈਰੀ ਇੰਪੋਰਟੈਂਟ ਪੁਆਇੰਟ। ਦੈਨ ਹੈ ਉਹ ਜੋ ਵੀ ਰੋਬਰਸ ਹੁੰਦੇ ਸੀ ਜਾਂ ਫਿਰ ਜੋ ਜ਼ਮੀਨਦਾਰ ਹੁੰਦੇ ਸੀ ਜੋ ਉਸਨੇ ਉਹਨਾਂ ਦੀ ਅਥੋਰਟੀ ਨੂੰ ਫੋਲੋ ਨਹੀਂ ਕਰਦੇ ਸੀ, ਉਹਨਾਂ ਨੂੰ ਪਨਿਸ਼ਮੈਂਟ ਕੀਤਾ ਜਾਂਦਾ ਸੀ ਬਹੁਤ ਬੁਰੀ ਤਰ੍ਹਾਂ, ਮਸਲੈਸਲੀ ਬਹੁਤ ਬੁਰੀ ਤਰ੍ਹਾਂ ਪਨਿਸ਼ਮੈਂਟ ਕੀਤਾ ਜਾਂਦਾ ਸੀ। ਦੈਨ ਹੈ ਖਲਜੀ ਡਾਇਨੈਸਟੀ। ਸੋ ਬਲਬੀ ਕੰਸੋਲੀਡੇਟ ਦਾ ਤੁਰਕਿਸ਼ ਰੂਲ ਇਨ ਇੰਡੀਆ। ਉਸਨੇ ਇੰਡੀਆ ਦੇ ਵਿੱਚ ਤੁਰਕਿਸ਼ ਰੂਲ ਨੂੰ ਕਾਫੀ ਵਧੀਆ ਸਟਰੋਂਗ ਐਸਟੈਬਲਿਸ਼ ਕਰ ਲਿਆ। ਸੋ ਉਸ ਤੋਂ ਬਾਅਦ ਉਸਦੇ ਗ੍ਰੈਂਡਸਨ ਐਂਡ ਸਕਸੈਸਰ ਕੁਆਕੂਬਾਦ ਵਾਜ਼ ਮਰਡਰਡ ਬਾਏ ਜਲਾਲੁਦੀਨ ਖਲਜੀ। ਉਹਨਾਂ ਨੂੰ ਜਲਾਲੁਦੀਨ ਖਲਜੀ ਦੁਆਰਾ ਮਾਰ ਦਿੱਤਾ ਜਾਂਦਾ ਅਤੇ ਉਹਨਾਂ ਦਾ ਥਰੋਨ ਜੋ ਆ ਸੇਜ਼ ਕਰ ਲਿੱਤਾ ਜਾਂਦਾ, ਮਤਲਬ ਖੋਹ ਲਿਆ ਜਾਂਦਾ ਐਂਡ ਖਲਜੀ ਡਾਇਨੈਸਟੀ ਦੀ ਸ਼ੁਰੂਆਤ ਹੋ ਜਾਂਦੀ ਹੈ। ਖਲਜੀ ਡਾਇਨੈਸਟੀ ਦੇ ਵਿੱਚ ਜਲਾਲੁਦੀਨ ਖਲਜੀ ਜੋ ਹੈ ਆਪਣਾ ਥਰੋਨ ਕਾਫੀ ਜ਼ਿਆਦਾ ਮਤਲਬ ਆਪਣਾ ਕਿੰਗਡਮ ਕਾਫੀ ਜ਼ਿਆਦਾ ਫੈਲਾ ਲੈਂਦਾ ਜਦੋਂ ਉਹ ਓਲਡ ਹੋ ਜਾਂਦਾ। ਫਿਰ ਉਸਦੇ ਜੋ ਨੈਫਿਊਜ਼ ਦਾ ਭਤੀਜਾ ਅਲਾਉਦੀਨ ਖਲਜੀ ਉਸਨੂੰ ਉਸਦਾ ਮਰਡਰ ਕਰ ਦਿੰਦਾ ਅਤੇ ਨੈਕਸਟ ਸੁਲਤਾਨ ਬਣ ਜਾਂਦਾ ਹੈ। ਅਲਾਉਦੀਨ ਖਲਜੀ ਦੇ ਰੀਜ਼ਨ ਦੇ ਵਿੱਚ ਕੀ ਕੁਝ ਹੁੰਦਾ, ਕਿਸ ਤਰ੍ਹਾਂ ਉਸਨੇ ਆਪਣੇ ਏਰੀਏ ਨੂੰ ਸਟਰੋਂਗ ਕੀਤਾ। ਉਹਦੇ ਵਿੱਚ ਹੀ ਕੌਂਕਸ ਦਾ ਗੁਜਰਾਤ, ਮਾਲਵਾ, ਰਾਜਸਥਾਨ ਇਹਨਾਂ ਏਰੀਆ ਨੂੰ ਉਹ ਜਿੱਤ ਲੈਂਦਾ ਵਾ। ਐਂਡ ਟੈਕਲਿੰਗ ਦਾ ਮੰਗੋਲ ਮਿਨੈਂਸ ਬਾਏ ਸਟਰੈਂਥਿੰਗ ਦਾ ਫੋਰਟ। ਉਹਨੇ ਆਪਣੇ ਕਿਲਿਆਂ ਨੂੰ ਕਾਫੀ ਜ਼ਿਆਦਾ ਸਟਰੋਂਗ ਬਣਾ ਲੈਂਦਾ ਜਿਸ ਦੇ ਕਰਕੇ ਮੰਗੋਲ ਉਹਨਾਂ ਦੇ ਉੱਪਰ ਅਟੈਕ ਨਹੀਂ ਕਰ ਸਕਦੇ। ਸੋ ਪ੍ਰੀਵੈਂਟ ਰਿਬੀਲੀਅਨਸ ਮੀਨਸ ਵਿਦਰੋਹ ਕਰਨ ਵਾਲਿਆਂ ਨੂੰ ਉਹ ਰੋਕ ਲੈਂਦਾ ਹੈ। ਐਂਡ ਨੋਬਲਸ ਨੂੰ ਉਹਨਾਂ ਦੇ ਵਿੱਚ ਇੰਟਰਮਿਕਸ ਹੋਣ ਤੋਂ ਵੀ ਬਚਾ ਲੈਂਦਾ। ਸੋ ਜੋ ਵੀ ਰਿਵੈਨਿਊ ਉਹ ਕਲੈਕਟ ਕੀਤਾ ਜਾਂਦਾ ਸੀ ਕਿਸ ਬੇਸ 'ਤੇ? ਔਨ ਦਾ ਮੈਜ਼ਰਮੈਂਟ ਆਫ ਲੈਂਡ। ਜੋ ਵੀ ਲੈਂਡ ਹੁੰਦੀ ਸੀ, ਜਿੰਨੀ ਲੈਂਡ ਹੁੰਦੀ ਸੀ ਉਸ ਅਕੋਰਡਿੰਗ ਰਿਵੈਨਿਊ ਲਿਆ ਜਾਂਦਾ ਸੀ ਅਤੇ ਉਹਦੇ ਲਈ ਕਲੈਕਟ ਕਰਨ ਦੇ ਲਈ ਵੀ ਆਫੀਸ਼ੀਅਲਸ ਬਣਾਏ ਗਏ ਸੀ, ਮਤਲਬ ਲੋਕ ਅਪਾਇੰਟ ਕੀਤੇ ਗਏ ਸੀ। ਉਸਨੇ ਮਾਰਕੀਟ ਕੰਟਰੋਲ ਕਰਨ ਦੇ ਲਈ ਫਿਕਸ ਪ੍ਰਾਈਸ ਸ਼ੁਰੂ ਕਰ ਦਿੱਤਾ ਹਰੇਕ ਚੀਜ਼ਾਂ ਦੇ ਉੱਪਰ। ਵੇਰੀਅਸ ਕਮੋਡਿਟੀਜ਼ ਜਿੰਨੀਆਂ ਵੀ ਚੀਜ਼ਾਂ ਸੀ ਉਹਨਾਂ ਦਾ ਫਿਕਸ ਪ੍ਰਾਈਸ ਸੀ। ਅਤੇ 3 ਤਰ੍ਹਾਂ ਦੀ ਮਾਰਕੀਟ ਉਹਨਾਂ ਨੇ ਲਗਾਈ ਸੀ। ਇੱਕ ਸੀ ਫੂਡ ਗ੍ਰੇਨ ਦੀ ਮਾਰਕੀਟ, ਦੂਸਰੀ ਹੈ ਕੋਸਟਲੀ ਕਲੋਥ, ਥਰਡ ਹੈ ਸਲੇਵਸ, ਹਾਰਸ ਐਂਡ ਕੈਟਲ ਦੇ ਰਿਗਾਰਡਿੰਗ ਮਾਰਕੀਟ। ਸੋ ਉਸ ਤੋਂ ਬਾਅਦ ਉਸਨੇ ਹੁਲੀਆ ਸਿਸਟਮ ਜੋ ਆ ਆਰਮੀ ਦੇ ਵਿੱਚ ਇੰਟਰੋਡਿਊਸ ਕਰਾਇਆ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਸੀ ਕਿ ਜਿੰਨੇ ਵੀ ਉਸ ਆਰਮੀ ਦੇ ਵਿੱਚ ਸੋਲਜਰਸ ਹੋਣਗੇ ਉਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਰਿਕਾਰਡ ਕੀਤੀ ਜਾਊਗੀ। ਐਂਡ ਇਸ ਨੇ ਵੀ ਸਪਾਈ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ। ਦੈਨ ਉਸ ਤੋਂ ਬਾਅਦ ਖਲਜੀ ਦੀ ਡੈਥ ਹੋਣ ਤੋਂ ਬਾਅਦ ਗਿਆਉਜ਼ੀਨ ਤੁਗਲਕ ਜੋ ਹੈ ਤੁਗਲਕ ਡਾਇਨੈਸਟੀ ਦਾ ਫਾਊਂਡਰ ਬਣਦਾ ਹੈ। ਫਿਰ ਗਿਆਉਜ਼ੀਨ ਤੁਗਲੇ ਦੇ ਵਿੱਚ ਜੋ ਗਿਆਉਜ਼ੀਨ ਤੁਗਲਿਕ ਆ ਉਹ 1320 ਦੇ ਵਿੱਚ ਜੋ ਆ ਪਾਵਰ ਦੇ ਵਿੱਚ ਆਉਂਦਾ ਆਫਟਰ ਕਿਲਿੰਗ ਦਾ ਲਾਸਟ ਖਲਜੀ ਰੂਲਰ। ਸੋ ਖੁਸਰੋ ਖਾਨ ਨੂੰ ਜੋ ਖਲਜੀ ਰੂਲਰ ਦਾ ਲਾਸਟ ਰੂਲਰ ਆ ਉਸਨੂੰ ਖ਼ਤਮ ਕਰਨ ਤੋਂ ਬਾਅਦ ਉਹ ਕੀ ਹੈ ਪਾਵਰ ਦੇ ਵਿੱਚ ਆ ਜਾਂਦਾ। ਉਸਨੇ ਦਿੱਲੀ ਦੇ ਵਿੱਚ ਤੁਗਲਕਾਬਾਦ ਨਾਮ ਦਾ ਇੱਕ ਫੇਮਸ ਕਿਲ੍ਹਾ ਬਣਵਾਇਆ। ਗਿਆਉਜ਼ੀਨ ਡਾਈਡ ਅੰਡਰ ਦਾ ਉਹ ਮਾਈਸਟੀਰੀਅਸ ਸਰਕਮਸਟਾਂਸ, ਮਤਲਬ ਕਿ ਉਸਦੇ ਕਿਸ ਤਰ੍ਹਾਂ ਮੌਤ ਹੋਈ ਕਿਸੇ ਨੂੰ ਨਹੀਂ ਪਤਾ। ਦੈਨ ਹੈ ਮੁਹੰਮਦ ਬਿਨ ਤੁਗਲਕ। ਜਾਨ ਖਾਨ ਸਕਸੀਡਡ ਹਿਜ਼ ਫਾਦਰਸ ਟੂ ਦਾ। ਫਿਰ ਉਸ ਤੋਂ ਬਾਅਦ ਜਾਨ ਖਾਨ ਨੂੰ ਆਪਣੇ ਪਿਤਾ ਤੋਂ ਜਿਹੜੀ ਹੈ ਉਸਦੀ ਥਰੋਨ ਮਿਲ ਜਾਂਦਾ ਵਾ। ਮੁਹੰਮਦ ਬਿਨ ਤੁਗਲਕ ਵੀ ਗੁੱਡ ਇਨਫੋਰਮੇਸ਼ਨ ਅਬਾਊਟ ਦਾ ਰੀਜ਼ਨ। ਇਸ ਦੇ ਬਾਰੇ ਇਨਫੋਰਮੇਸ਼ਨ ਜੋ ਸਾਨੂੰ ਆ ਜਾਊਜ਼ੀਨ ਬਰਾਨੀ ਦੀ ਅਕਾਊਂਟ ਤੋਂ, ਮਤਲਬ ਜੋ ਵੀ ਇਸਨੇ ਜਾਣਕਾਰੀ ਲਿਖੀ ਉਹਦੇ ਤੋਂ ਮਿਲ ਜਾਂਦੀ ਹੈ। ਮੁਹੰਮਦ ਬਿਨ ਤੁਗਲਕ ਅੰਡਰਟੁਕ ਸੈਵਰਲਸ ਐਂਬੀਟੀਅਸ ਪ੍ਰੋਜੈਕਟਸ। ਉਹਨੇ ਕਾਫੀ ਜ਼ਿਆਦਾ ਪ੍ਰੋਜੈਕਟ ਸ਼ੁਰੂ ਕੀਤੇ ਜਿਹਦੇ ਵਿੱਚ ਉਹ ਕਾਫੀ ਕੰਟਰੋਵਰਸ਼ੀਅਲਸ ਰਹੇ ਅਤੇ ਉਹਦੇ ਵਿੱਚ ਕੋਈ ਸਫਲਤਾ ਨਹੀਂ ਮਿਲੀ, ਜਿਸ ਦੇ ਕਰਕੇ ਉਸਨੂੰ ਹਮੇਸ਼ਾ ਨੁਕਸਾਨ ਹੀ ਹੋਇਆ। ਸੋ ਇਹਦੇ ਜੋ ਵੀ ਉਹਨੇ ਪ੍ਰੋਜੈਕਟ ਲਗਾਏ ਅਤੇ ਉਹਦੇ ਜੋ ਵੀ ਰੀਜ਼ਨਸ ਆਫ ਫੇਲੀਅਰ ਸੀ ਨੈਕਸਟ ਪੇਜ ਦੇ ਉੱਪਰ ਤੁਹਾਨੂੰ ਮਿਲ ਜਾਂਦੇ ਨੇ। ਸੋ ਅੱਗੇ ਆ ਗਿਆ ਫਿਰੋਜ਼ ਤੁਗਲਕ। ਸੋ ਇਹ ਵਾਲਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ। ਥੈਂਕ ਯੂ।